ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। मैं सुखदीप कौर संधू खबरां ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ। ਬਾਈਡਨ ਦੇ ਆਉਣ ਤੋਂ ਕੁਝ ਘੰਟੇ ਪਹਿਲਾਂ ਹੀ ਪੁਲ ਹੋਇਆ ਢਹਿ ਢੇਰੀ। ਭਗਵੰਤ ਮਾਨ ਨੇ ਧੂਰੀ ਤੋਂ ਭਰੇ ਕਾਗਜ਼, ਕਿਹਾ ਇਕੱਲਾ ਧੂਰੀ ਨਹੀਂ ਪੂਰੇ ਪੰਜਾਬ ਦੇ ਵਿੱਚ ਕਰਾਂਗੇ ਜਿੱਤ ਹਾਸਲ। ਨਵਜੋਤ ਸਿੱਧੂ ਨੇ ਭਰੇ ਮਜੀਠੀਆ ਦੇ ਖਿਲਾਫ ਕਾਗਜ਼, ਹੌਟ ਸੀਟ ਬਣਿਆ ਅੰਮ੍ਰਿਤਸਰ ਪੂਰਬੀ ਹਲਕਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਕੀਤੇ ਕਾਗਜ਼ ਦਾਖਲ। ਸੰਯੁਕਤ ਸਮਾਜ ਮੋਰਚੇ ਨੂੰ ਵੱਡਾ ਝਟਕਾ, ਕਾਦੀਆਂ ਤੋਂ ਉਮੀਦਵਾਰ ਕਾਂਗਰਸ ਦੇ ਵਿੱਚ ਸ਼ਾਮਿਲ। ਹੁਣ ਖਬਰਾਂ ਵਿਸਥਾਰ ਦੇ ਨਾਲ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਦੌਰੇ ਤੋਂ ਕੁਝ ਘੰਟੇ ਪਹਿਲਾਂ ਹੀ ਪੈਨਸਿਲਵੇਨੀਆ ਰਾਜ ਦੇ ਪਿਟਸਬਰਗ ਦੇ ਵਿੱਚ ਪੁਲ ਢਹਿ ਢੇਰੀ ਹੋ ਗਿਆ। ਇਸ ਹਾਦਸੇ ਦੇ ਵਿੱਚ 10 ਲੋਕ ਜ਼ਖਮੀ ਹੋ ਗਏ ਨੇ ਅਤੇ ਗੈਸ ਪਾਈਪਲਾਈਨ ਨੂੰ ਨੁਕਸਾਨ ਹੋਣ ਦੇ ਕਾਰਨ ਇਲਾਕੇ ਦੇ ਵਿੱਚ ਗੈਸ ਦਾ ਰਿਸਾਅ ਹੋ ਰਿਹਾ ਹੈ। ਖਾਸ ਗੱਲ ਇਹ ਹੈ ਕਿ ਬਾਈਡਨ ਇਸ ਸ਼ਹਿਰ ਦੇ ਵਿੱਚ ਬੇਸਿਕ ਇਨਫਰਾਸਟ੍ਰਕਚਰ ਨੂੰ ਲੈ ਕੇ ਮੀਟਿੰਗ ਕਰਨ ਵਾਲੇ ਸਨ, ਲੇਕਿਨ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਹੋ ਗਿਆ। ਅਮਰੀਕੀ ਅਧਿਕਾਰੀਆਂ ਦੇ ਮੁਤਾਬਿਕ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਹਾਲਤ ਸਥਿਰ ਹੈ। ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਿਟਸਬਰਗ ਪਬਲਿਕ ਸੇਫਟੀ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕੀਤੀ ਹੈ। ਪੁਲ ਦੇ ਡਿੱਗਣ ਤੋਂ ਬਾਅਦ ਫੋਰਸ ਅਤੇ ਬ੍ਰੈਡੌਕ ਦੇ ਇਲਾਕੇ ਦੇ ਵਿੱਚ ਜਾਣ ਤੋਂ ਬਚਣ। ਇਸ ਹਾਦਸੇ ਦੇ ਵਿੱਚ ਕਿਸੇ ਦੇ ਗੰਭੀਰ ਤੌਰ ਤੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ ਹੈ। ਗੈਸ ਲਾਈਨ ਕੱਟ ਦਿੱਤੀ ਗਈ ਹੈ। ਜ਼ਖਮੀਆਂ ਦੀ ਮਦਦ ਦੇ ਲਈ ਰੈੱਡ ਕਰਾਸ ਦੇ ਨਾਲ ਸੰਪਰਕ ਕੀਤਾ ਗਿਆ ਹੈ। ਪਿਟਸਬਰਗ ਫਾਇਰ ਬ੍ਰਿਗੇਡ ਦੇ ਹੈਂਡ ਜੌਨਸ ਨੇ ਦੱਸਿਆ ਹੈ ਕਿ ਇਹ ਹਾਦਸਾ ਸਵੇਰੇ 6:45 ਵਜੇ ਹੋਇਆ ਹੈ। 52 ਸਾਲਾ ਪੁਰਾਣਾ ਇਹ ਬ੍ਰਿਜ ਸ਼ਹਿਰ ਦੇ ਪੂਰਬੀ ਇਲਾਕੇ ਨੂੰ ਮੁੱਖ ਸ਼ਹਿਰ ਦੇ ਨਾਲ ਜੋੜਦਾ ਹੈ। ਆਮ ਦਿਨ ਦੇ ਵਿੱਚ ਇਸ ਤੇ ਕਾਫੀ ਭੀੜ ਭਾੜ ਹੁੰਦੀ ਹੈ। ਲੇਕਿਨ ਹਾਦਸੇ ਦੇ ਸਮੇਂ ਪੁਲ ਤੇ ਸਿਰਫ 3-4 ਕਾਰਾਂ ਅਤੇ ਇੱਕ ਬੱਸ ਸੀ। ਪੁਲ ਦੇ ਢਹਿ ਢੇਰੀ ਹੋਣ ਦੇ ਵੱਡੇ ਪੱਧਰ ਤੇ ਗੈਸ ਰਿਸਾਅ ਹੋਇਆ ਹੈ, ਜਿਸ ਨੂੰ ਅੱਧੇ ਘੰਟੇ ਦੇ ਅੰਦਰ ਬੰਦ ਕਰ ਦਿੱਤਾ ਗਿਆ ਹੈ। ਆਸ-ਪਾਸ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹਟਾ ਦਿੱਤਾ ਗਿਆ ਹੈ। ਵਾਈਟ ਹਾਊਸ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਦੀ ਮਦਦ ਕੀਤੀ ਹੈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਆਪਣੀ ਮਾਂ ਦੇ ਨਾਲ SDM ਦਫ਼ਤਰ ਪਹੁੰਚ ਕੇ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਧੂਰੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਕਾਗਜ਼ ਦਾਖਲ ਕਰਨ ਦੇ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਹੈ ਕਿ ਧੂਰੀ ਦੇ ਕੋਲ ਇਸ ਵਾਰ ਇਤਿਹਾਸ ਰਚਣ ਦਾ ਮੌਕਾ ਹੈ। ਮਾਨ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਧੂਰੀ ਦੇ ਲੋਕ ਉਹਨਾਂ ਨੂੰ ਪੰਜਾਬ ਦੇ ਵਿੱਚ ਵੱਡੇ ਫਰਕ ਦੇ ਨਾਲ ਜਿਤਾਉਣਗੇ। ਇੱਥੇ ਵੀ ਦੱਸਣਯੋਗ ਹੈ ਕਿ ਭਗਵੰਤ ਮਾਨ ਇਸ ਤੋਂ ਪਹਿਲਾਂ ਵੀ 2 ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਦੇ ਵਿੱਚ ਕਿਸਮਤ ਅਜ਼ਮਾ ਚੁੱਕੇ ਨੇ, ਪਰ ਉਹਨਾਂ ਨੂੰ ਜਿੱਤ ਹਾਸਲ ਨਹੀਂ ਹੋ ਸਕੀ। 2014 ਦੇ ਵਿੱਚ ਭਗਵੰਤ ਮਾਨ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ PPP ਦੇ ਵੱਲੋਂ ਲਹਿਰਾ ਗਾਗਾ ਹਲਕੇ ਤੋਂ ਮੈਦਾਨ ਦੇ ਵਿੱਚ ਉਤਰੇ ਸਨ ਅਤੇ 2017 ਦੇ ਵਿੱਚ ਉਹ ਜਲਾਲਾਬਾਦ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚੋਣ ਲੜੇ ਨੇ, ਪਰ ਉਹਨਾਂ ਨੂੰ ਦੋਵੇਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੱਜ 29 ਜਨਵਰੀ ਨੂੰ ਧੂਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ, ਅੱਜ ਮੈਂ ਆਪਣੇ ਕਾਗਜ਼ ਜਿਹੜੇ ਨੇ ਉਹ ਫਾਈਲ ਕੀਤੇ ਨੇ, ਨੋਮੀਨੇਸ਼ਨ ਫਾਈਲ ਕੀਤਾ ਹੈ ਔਰ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਮੁਤਾਬਕ ਸਭ ਕੁਝ ਅਸੀਂ ਰੀਚੈਕ ਕਰਕੇ ਜਿਹੜਾ ਉਹ ਕਾਗਜ਼ ਫਾਈਲ ਕੀਤੇ ਨੇ। ਧੂਰੀ ਦੇ ਲੋਕਾਂ ਨੂੰ ਮੈਂ ਇਹੀ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਜਿਵੇਂ ਪਹਿਲਾਂ ਮੈਨੂੰ ਪਿਆਰ ਦਿੰਦੇ ਰਹੇ ਹੋ 14 ਚ 19 ਚ 17 ਚ ਜਿੱਥੋਂ ਵੀ ਕਿਤੇ ਸੱਦਾ ਦਿੱਤਾ ਤਾਂ ਦੁੱਗਣੇ ਤਿੱਗਣੇ ਜੋਸ਼ ਨਾਲ ਜਿਹੜੇ ਨੇ ਧੂਰੀ ਦੇ ਲੋਕ ਬਾਹਰ ਆਏ ਨੇ। ਇੱਕ ਇਨਕਲਾਬੀ ਜਿਹੜੀ ਹੈ ਹਲਕਾ ਹੈ ਧੂਰੀ, ਬੜੇ ਬੜੇ ਸ਼ਾਇਰਾਂ ਦਾ, ਸ਼ਹੀਦਾਂ ਦਾ ਔਰ ਬਹੁਤ ਪ੍ਰਾਚੀਨ ਸੱਭਿਅਤਾ ਦਾ ਜਿਹੜਾ ਪ੍ਰਤੀਕ ਹੈ ਧੂਰੀ। ਇੱਕ ਮਿੰਟ ਮੈਂ ਕਾਗਜ਼ ਭਰ ਕੇ ਆਇਆ, ਤੁਸੀਂ ਨਵਜੋਤ ਸਿੱਧੂ ਫੇਰ ਲਈ ਫਿਰਦੇ ਇੱਥੇ ਖੜ ਜਾਓ। ਮੈਂ ਬੇਨਤੀ ਕਰਦਾ ਕਿ ਇੱਕ ਇਤਿਹਾਸ ਲਿਖਣ ਦਾ ਟਾਈਮ ਹੈ ਧੂਰੀ ਲਈ 20 ਫਰਵਰੀ। ਮੈਨੂੰ ਉਮੀਦ ਹੈ ਕਿ ਧੂਰੀ ਦੇ ਲੋਕ ਜਿਹੜੇ ਨੇ ਉਹ ਪੰਜਾਬ ਦਾ ਸਭ ਤੋਂ ਵੱਧ ਮਾਰਜਨ ਨਾਲ ਜਿੱਤਿਆ ਜਾਣ ਵਾਲਾ ਹਲਕਾ ਬਣਾਉਣਗੇ। ਧੂਰੀ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ, ਤੇ ਜਿਹੜੇ ਬਾਕੀ ਉਮੀਦਵਾਰ ਨੇ ਉਹਨਾਂ ਨੂੰ ਵੀ ਹੱਕ ਹੈ ਪ੍ਰਚਾਰ ਕਰਨ ਦਾ, ਉਹ ਵੀ ਆਪਣਾ ਏਜੰਡਾ ਲੈ ਕੇ ਜਾਣ। ਪਰ ਜੋ ਸਾਨੂੰ ਪਿਆਰ ਮਿਲ ਰਿਹਾ ਧੂਰੀ ਦੇ ਲੋਕਾਂ ਤੋਂ, ਜਿਹੜਾ ਜਦੋਂ ਵੀ ਕਿਤੇ ਜਾਂਦੇ ਹਾਂ ਤਾਂ ਉਹ ਇਹੀ ਕਹਿੰਦੇ ਨੇ ਕਿ ਅਸੀਂ ਹੁਣ ਬਦਲਾਅ ਚਾਹੁੰਦੇ ਹਾਂ ਔਰ
ਆਮ ਆਦਮੀ ਪਾਰਟੀ ਵੱਲੋਂ ਧੂਰੀ ਤੋਂ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਤਾਂ ਮੈਨੂੰ ਵੀ ਬਹੁਤ ਖੁਸ਼ੀ ਹੈ। ਹਲਕਾ ਪੂਰਬੀ ਤੋਂ ਮੌਜੂਦਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਕਾਗਜ਼ ਰਿਟਰਨਿੰਗ ਅਧਿਕਾਰੀ ਆਰਟੀਏ ਅਰਸ਼ਦੀਪ ਸਿੰਘ ਨੂੰ ਦਾਖਲ ਕਰਵਾ ਦਿੱਤੇ ਨੇ। ਸੋ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਮੁਕਾਬਲਾ ਬਿਕਰਮ ਸਿੰਘ ਮਜੀਠੀਆ ਦੇ ਨਾਲ ਹੋਣ ਜਾ ਰਿਹਾ ਹੈ। ਸਭ ਤੋਂ ਗਰਮ ਸਿਆਸਤ ਅਤੇ ਵੱਡੇ ਆਗੂਆਂ ਦੇ ਆਪਸੀ ਤਕਰਾਰ ਦੇ ਨਾਲ ਇਸ ਹਲਕੇ ਦੇ ਵਿੱਚ ਚੋਣ ਹੋਣ ਜਾ ਰਹੀ ਹੈ। ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਿਕਰਮ ਸਿੰਘ ਮਜੀਠੀਆ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੇ ਵਿੱਚ ਹਿੰਮਤ ਹੈ ਤਾਂ ਮਜੀਠੀਆ ਪੰਜਾਬ ਵਿਧਾਨ ਸਭਾ ਛੱਡ ਕੇ ਇੱਕੋ ਇੱਕ ਪੂਰਬੀ ਸੀਟ ਤੇ ਚੋਣ ਲੜੇ। ਸਿੱਧੂ ਨੇ ਕਿਹਾ ਹੈ ਕਿ ਜੇ ਹਿੰਮਤ ਹੈ ਤਾਂ ਅਜਿਹਾ ਕਰੋ। ਉਹਨਾਂ ਨੇ ਚਿੱਟਾ ਵੇਚਿਆ ਹੈ, ਆਪਣੀ ਜਵਾਨੀ ਬਰਬਾਦ ਕਰ ਦਿੱਤੀ ਹੈ। ਉਹਨਾਂ ਦੇ ਕੋਲ ਕੋਈ ਵੀ ਜਿੱਤ ਹਾਸਲ ਕਰਨ ਦਾ ਮੌਕਾ ਨਹੀਂ ਹੈ। ਇਹਨਾਂ ਨੂੰ ਕੌਣ ਮੂੰਹ ਲਾਏਗਾ? ਸ਼ਹਿਰ ਸ਼ਾਂਤੀ ਚਾਹੁੰਦਾ ਹੈ, ਵਪਾਰ ਚਾਹੁੰਦਾ ਹੈ, ਕੋਈ ਭੰਬਲ ਭੂਸਾ ਅਤੇ ਡਰ ਨਹੀਂ ਚਾਹੁੰਦਾ, ਕੋਈ ਗੁੰਡਾਗਰਦੀ ਨਹੀਂ ਚਾਹੁੰਦਾ, ਲੋਕਤੰਤਰ ਨੂੰ ਡੰਡਾ ਤੰਤਰ ਨਹੀਂ ਬਣਾਉਣਾ ਚਾਹੁੰਦੇ। ਸ਼ਹਿਰ ਦਾ ਭਰੋਸਾ ਕਾਂਗਰਸ ਤੇ ਹੈ ਤੇ ਕਾਂਗਰਸ ਤੇ ਹੀ ਰਹੇਗਾ। ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਹੈ ਕਿ ਸੱਚ ਤੰਗ ਹੋ ਜਾਂਦਾ ਹੈ ਪਰ ਹਾਰਦਾ ਕਦੇ ਨਹੀਂ ਹੈ। ਹੁਣ ਦੇਖਣ ਵਾਲਾ ਇਹ ਹੋਏਗਾ ਕਿ ਇਸ ਸੀਟ ਦੇ ਉੱਪਰ ਕਿਸ ਨੂੰ ਜਿੱਤ ਹਾਸਲ ਹੁੰਦੀ ਹੈ ਤੇ ਕਿੰਨੀਆਂ ਵੋਟਾਂ ਤੇ ਜਿੱਤ ਹਾਸਲ ਹੋਏਗੀ। सत्य प्रताड़ित हो जाता है लेकिन पराजित नहीं हुआ, और ये आदि अनंत काल से इसी तरह सत्य के मार्ग पे चलने वाले जितना बड़ा इम्तिहान होता है उतना बड़ा रिवॉर्ड होता है। मेरी जिंदगी संघर्ष को गहना बना के सत्य का मार्ग धारण करने की है, नैतिकता का मार्ग धारण करने की है। इल्जामात बहुत हैं, लेकिन काली कोठड़ी में भी कोयले की अगर नवजोत सिद्धू गया तो सफेद चादर से बाहर निकला है। शहरी कहते हैं शहर च गंद नहीं पैण देना, तो शहर च बदमाशी नहीं चलन देनी। जे चलन दित्ती हुंदी ते इन्हां दा शहर च कोई वजूद हुंदा। इस करके जड़े लोग खुद मुलजिम ने आप बेल लभण डे ते दर दियां ठोकरां खाण डे आ, वो सिद्धू नूं सवाल करन दी औकात कित्थों रखदे आ। 17 साल नवजोत सिंह सिद्धू दा राजनीतिक जीवन रहा, दुनिया दे सामने है, कोई प्रमाण देने की लोड़ है? सिद्धू ने इस शहर दे विच परचे नहीं कराए, लोग कुੱਟੇ नहीं ते पंजाब लुटिया नहीं। इन्हां नूं पुछ के देखो कि वो चोर ने जिहड़े क्वालसां च आए सी ते अज खरबापति बने फिरदे आ, जिन्हां ने करोड़ करोड़ दी जमीन लैके सरकार नूं अगले दिन 3-3 करोड़ दी बेची। नवजोत सिंह सिद्धू ने कदे जमीर और ईमान नहीं बेचा। इन्होंने चिट्टे दियां पुड़ियां बेचियां, जवानी तबाह करती, अज भी बेल लभदे आ। इन्हां नूं किहड़ा शहरी मूंह लाऊगा? शहर अमन मान चाहता, बिजनेस चाहता है, शहर भरम ते सहम नहीं चाहता, गुंडागर्दी नहीं चाहता, लोकतंत्र नूं डंडा तंत्र बनाना नहीं चाहता। शहर ये शहर का भरोसा कांग्रेस ते सी है और रहेगा। मैनू एक बंदे ने दसिया रात को सिद्धू सिद्धू करते उठते कहते नहीं सो जा नहीं तो सिद्धू आ जाएगा। मैनू एक ने दसिया ये सुखा ਉਹਦੇ ਨਾਲ ਟੇਬਲ ਤੇ ਬੈਠਾ ਕਹਿੰਦਾ ਸਿੱਧੂ ਨਹੀਂ ਬਣ ਸਕਦਾ, ਤੇ ਕਹਿੰਦਾ ਬਣ ਵੀ ਸਕਦਾ। ਆਪੇ ਹੀ ਕਹਿੰਦਾ ਉਹ ਤਗੜਾ ਬੰਦਾ ਲੀਡਰ ਤਰਨਤਾਰਨ ਦਾ, ਕਹਿੰਦਾ ਬਣ ਵੀ ਸਕਦਾ। ਕਹਿੰਦਾ ਜੇ ਬਣ ਗਿਆ ਆਪਣੀ ਤਾਂ ਗਈ ਇੱਥੇ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰਿਜ਼ਰਵ ਹਲਕਾ ਬਸੀ ਪਠਾਣਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਨੇ ਬਤੌਰ ਆਜ਼ਾਦ ਉਮੀਦਵਾਰ ਵਜੋਂ ਆਪਣੇ ਚੋਣ ਨਾਮਜ਼ਦਗੀ ਪੱਤਰ ਇਹ ਚੋਣ ਅਫਸਰ ਬਸੀ ਪਠਾਣਾ ਯਸ਼ਪਾਲ ਸ਼ਰਮਾ ਦੇ ਕੋਲ ਆਪਣੇ
ਦਾਖਲ ਕਰਵਾ ਦਿੱਤੇ ਨੇ। ਸੋ ਡਾਕਟਰ ਮਨੋਹਰ ਸਿੰਘ ਨੇ ਕਿਹਾ ਹੈ ਕਿ ਉਹ ਹਲਕਾ ਨਿਵਾਸੀਆਂ ਦੀ ਮੰਗ ਤੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਅਤੇ ਉਹੀ ਉਹਨਾਂ ਦੀ ਜਿੱਤ ਯਕੀਨੀ ਬਣਾਉਣਗੇ। ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਆਪਣੇ ਚੋਣ ਨਾਮਜ਼ਦਗੀ ਪੱਤਰ ਵਾਪਸ ਨਹੀਂ ਲੈਣਗੇ ਅਤੇ ਨਾਲ ਹੀ ਹਲਕੇ ਦੇ ਵਿੱਚ ਲੱਗੇ ਫਲੈਕਸ ਬੋਰਡਾਂ ਤੇ ਆਪਣੇ ਭਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਵੀ ਉਤਰਵਾ ਦੇਣਗੇ। ਉਹਨਾਂ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਦਫ਼ਤਰ ਦੇ ਵਿੱਚ ਉਮੜੇ ਹਜ਼ੂਮ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਹੈ ਕਿ ਉਹ ਹਲਕੇ ਦੇ ਵਿਕਾਸ ਦੇ ਲਈ ਕੰਮ ਕਰਦੇ ਰਹਿਣਗੇ ਅਤੇ ਪਿੱਛੇ ਨਹੀਂ ਹਟਣਗੇ। ਮਨੋਹਰ ਨੇ ਈਡੀ ਦੇ ਵੱਲੋਂ ਦਰਜ ਮਾਮਲੇ ਦੇ ਵਿੱਚ ਕਿਹਾ ਹੈ ਕਿ ਕਾਨੂੰਨ ਦੇ ਹਿਸਾਬ ਦੇ ਨਾਲ ਜੋ ਵੀ ਦੋਸ਼ੀ ਹੈ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਾਰਟੀ ਦੀ ਮਰਜ਼ੀ ਹੈ, ਜਿਹਨਾਂ ਨੂੰ ਮਰਜ਼ੀ ਟਿਕਟ ਦੇਵੇ ਉਹ, ਲੇਕਿਨ ਇਸੇ ਤਰ੍ਹਾਂ ਲੋਕਾਂ ਦੀ ਮਰਜ਼ੀ ਹੈ ਕਿ ਜਿਹਨੂੰ ਮਰਜ਼ੀ ਉਹ ਇਲੈਕਸ਼ਨ 'ਚ ਲੜਾਉਣ। ਮੈਨੂੰ ਲੋਕਾਂ ਨੇ ਕਿਹਾ ਕਿ ਤੁਸੀਂ ਲੜਨਾ ਇੱਥੇ ਦੀ ਕੰਸਟੀਟੂਐਂਸੀ ਦੀ ਸਾਡੀ ਬਸੀ ਪਠਾਣਾ ਦੇ ਸਾਰੇ ਲੋਕਾਂ ਨੇ मतलब मैक्सिमम जिन्ने मेरे नाल है, तो इस करके मैं इलेक्शन लड़ रहा हूँ। पर डॉक्टर नाराजगी बरकरार है अभी भी कांग्रेस के साथ? लेकिन कोई नाराजगी नहीं, किसी ना नाराजगी नहीं, कोई बगावत नहीं, कोई रिवोल्ट नहीं है। इट इज़ एज पर दी विशेज़ ऑफ द पीपल ऑफ द कंस्टिट्यूएंसी। डॉक्टर साहब एक अपने ਜਿਹੜੇ ਹਲਕੇ ਦੇ ਲੋਕ ਕਹਿ ਰਹੇ ਨੇ ਕਿ ਤੁਸੀਂ ਸ਼ਾयद जब तक वापसी कागज होने जब तक ਤੁਸੀਂ शायद वापस कर लोगे सीएम करके। ऐसा कुछ नहीं, आई एम द फर्स्ट कैंडिडेट टू फाइल नॉमिनेशन इन बसी पठाना। अब मेरा 1 नंबर है, हाले तक किसी ने नॉमिनेशन फाइल नहीं कराया। ਅਸੀਂ ਸਭ ਨੂੰ ਪਹਿਲਾਂ ਹੀ ਤਾਂ ਹੀ ਫਾਈਲ ਕਰਿਆ ਤਾਂ ਕਿ ਜੇ ਸਾਡੇ ਜਿਹੜੇ ਆਪੋਜ਼ਿਟ ਗਰੁੱਪ ਹੈ ਕੋਈ ਐਸਾ ਰੌਲਾ ਪਾਉਂਦੇ ਹੈ ਕਿ ਇਹ ਇਲੈਕਸ਼ਨ ਲੜਨਾ ਨਹੀਂ ਇਹਨਾਂ ਨੇ, ਉਹ ਗੱਲ ਕਲੀਅਰ ਹੋ ਜਾਏ। ਡਾਕਟਰ ਸਾਹਿਬ ਜਿੱਤ ਦੇ ਪ੍ਰਤੀ ਕਿੰਨਾ ਕੁ ਵਿਸ਼ਵਾਸ ਤੋਂ ਤੁਸੀਂ ਆਪਣੀ ਜਿੱਤ ਪ੍ਰਤੀ ਕਿੰਨਾ ਕੁ ਪ੍ਰਤੀ ਮੈਂ ਜਿਵੇਂ ਪਰਮਾਤਮਾ ਦੀ ਕਿਰਪਾ ਨਾਲ ਹੁੰਗਾਰਾ ਮਿਲ ਰਿਹਾ ਲੋਕਾਂ ਦਾ, ਜਿਵੇਂ ਅਸੀਂ ਪਿੰਡਾਂ 'ਚ ਸਾਨੂੰ ਲੋਕ ਬੁਲਾ ਰਹੇ ਹੈ, ਆਪ ਕਹਿ ਰਹੇ ਹੈ ਸਾਡੇ ਪਿੰਡਾਂ 'ਚ ਆਓ, ਤੇ ਆਪਾਂ ਨੂੰ ਯਕੀਨ ਹੈ ਕਿ ਜਿੱਤ ਹੋਏਗੀ ਔਰ ਸਾਡੀ ਹੋਏਗੀ। डॉक्टर साहब एक देखने में अभी आपके जो पोस्टर लगे हैं बकायदा उसमें लिखा हुआ है ब्रदर ऑफ चीफ मिनिस्टर, क्या टेक्निकली इसका इस्तेमाल किया जाता है? बिल्कुल नहीं यूज़ करांगे जी। ਹੁਣ ਤੱਕ ਜਿਹੜੇ ਪੋਸਟਰ ਮੈਂ ਛਪਾਏ ਖੁਦ ਉਹਨਾਂ 'ਚ ਮੈਂ ਕਦੇ ਨਹੀਂ ਲਿਖਿਆ, ਲੇਕਿਨ ਲੋਕਾਂ ਨੇ ਖੁਦ ਆਪ ਵੀ ਬਹੁਤ ਲੋਕਾਂ ਨੇ ਇੱਥੇ ਮੇਰੇ ਪੋਸਟਰ ਛਪਵਾ ਲਏ ਹੈ, ਉਹਦੇ 'ਚ ਲਿਖਿਆ ਹੈ। ਉਹ ਵੀ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿਉਂਕਿ ਇਲੈਕਸ਼ਨ ਕਮਿਸ਼ਨ ਮੇ ਨਾਟ ਅਲਾਉ ਇਟ ਕਿ ਆਪਾਂ ਉਹ ਨਹੀਂ ਲਿਖਾਂਗੇ। ਬਾਕੀ ਉਤਾਰ ਦਿੱਤੇ ਜਾਣਗੇ ਜੀ ਜਿਹੜੇ ਲੱਗੇ ਹੋਏ ਨੇ? ਉਹ ਤਾਂ ਵੈਸੇ ਵੀ ਗਵਰਨਮੈਂਟ ਉਤਾਰ ਰਹੀ ਹੈ ਆਪਣੇ ਤੁਹਾਡੇ ਦਫ਼ਤਰ ਤੋਂ ਨਹੀਂ ਨਾ? ਉਹ ਸਾਡੇ ਦਫ਼ਤਰ 'ਚ ਮੈਂ ਉਤਾਰਦਾ, ਕੋਈ ਗੱਲ ਨਹੀਂ। ਉਹ ਇਲੈਕਸ਼ਨ ਕਮਿਸ਼ਨ ਦੀ ਕੋਈ ਓਬਜੈਕਸ਼ਨ ਹੋਏਗਾ ਉਹ ਉਤਾਰ ਦਾਂਗੇ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਜੋੜ-ਤੋੜ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਉਮੀਦਵਾਰ ਬਲਰਾਜ ਸਿੰਘ ਨੇ ਪਾਰਟੀ ਨੂੰ ਟਿਕਟ ਵਾਪਸ ਕਰਕੇ ਹਲਕਾ ਕਾਦੀਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੂੰ ਸਮਰਥਨ ਦਿੱਤਾ ਹੈ। ਇਸ ਮੌਕੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਅਤੇ ਕਿਹਾ ਹੈ ਕਿ ਇਹ ਪੁਰਾਣੇ ਕਾਂਗਰਸੀ ਆਗੂ ਸਨ ਜਿਨ੍ਹਾਂ ਦਾ ਪਾਰਟੀ ਦੇ ਵਿੱਚ ਵਾਪਸ ਆਉਣ ਦੇ ਨਾਲ ਪਾਰਟੀ ਨੂੰ ਬਹੁਤ ਬਲ ਮਿਲਿਆ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸੰਯੁਕਤ ਸਮਾਜ ਮੋਰਚੇ ਦੇ ਕਿਸੇ ਉਮੀਦਵਾਰ ਦੇ ਵੱਲੋਂ ਆਪਣੀ ਉਮੀਦਵਾਰੀ ਛੱਡ ਦਿੱਤੀ ਹੋਵੇ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਕਈ ਜਗ੍ਹਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਣਾਈ ਗਈ ਰਾਜਨੀਤਿਕ ਪਾਰਟੀ ਸੰਯੁਕਤ ਸਮਾਜ ਮੋਰਚੇ ਦੇ ਕਈ ਉਮੀਦਵਾਰ ਉਮੀਦਵਾਰੀ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਸਾਡੇ ਸਾਰਿਆਂ ਵਾਸਤੇ ਵਿਸ਼ੇਸ਼ ਤੌਰ ਸਮੁੱਚੀ ਕਾਂਗਰਸ ਵਾਸਤੇ ਸਾਰੇ ਇਸ ਏਰੀਏ ਦੇ ਮੇਰੇ ਵੀਰਾਂ ਵਾਸਤੇ ਵਰਕਰਸ ਵਾਸਤੇ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਠਾਕੁਰ ਬਲਰਾਜ ਸਿੰਘ ਜੀ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਨੇ, ਮੇਰੇ ਨਾਲੋਂ ਵੱਡੇ ਨੇ, ਹਮੇਸ਼ਾ ਜਿਨ੍ਹਾਂ ਨੂੰ ਮੈਂ ਆਪਣੇ ਭਰਾ ਦਾ ਦਰਜਾ ਦਿੱਤਾ, ਉਹਨਾਂ ਨੇ ਕਿਉਂਕਿ ਦਾਸ ਅੱਜ ਇੰਡੀਅਨ ਨੈਸ਼ਨਲ ਕਾਂਗਰਸ ਦਾ ਕੈਂਡੀਡੇਟ ਹੈ ਕਾਦੀਆਂ ਅਸੈਂਬਲੀ ਹਲਕੇ ਤੋਂ, ਉਹਨਾਂ ਦੀ ਤੇ ਉਹਨਾਂ ਦੇ ਸਾਰੇ ਸਾਥੀਆਂ ਦੀ ਬੇਨਤੀ ਨੂੰ ਕਬੂਲ ਕਰਦੇ ਹੋਏ ਜਿਸ ਕਿਸਾਨ ਜਥੇਬੰਦੀ ਵੱਲੋਂ ਉਹਨਾਂ ਨੂੰ ਟਿਕਟ ਮਿਲੀ ਸੀ ਸੰਯੁਕਤ ਸਮਾਜ ਮੋਰਚੇ ਵੱਲੋਂ, ਉਹਨਾਂ ਨੇ ਹੱਥ ਜੋੜ ਕੇ ਉਹ ਟਿਕਟ ਵਾਪਸ ਕਰ ਦਿੱਤੀ ਹੈ। ਉਹਨਾਂ ਨੇ ਫੈਸਲਾ ਕੀਤਾ ਹੈ, ਉਹਨਾਂ ਮੈਨੂੰ ਵੀ ਇਹ ਗੱਲ ਕਹੀ ਹੈ ਕਿ ਬਾਜਵਾ ਸਾਹਿਬ ਕਿਉਂਕਿ ਤੁਸੀਂ ਕਿਸਾਨੀ ਮੋਰਚੇ ਵਿੱਚ ਇੱਕ ਨਮਾਇਆ ਰੋਲ ਅਦਾ ਕੀਤਾ, ਅਸੀਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਸਾਥੀਆਂ ਦੀ ਬੇਨਤੀ ਨੂੰ ਕਬੂਲ ਕਰਦੇ ਹੋਏ ਮੈਂ ਸੋਚਿਆ ਕਿ ਕਿਸਾਨਾਂ ਦੇ ਦੋ ਹਮਦਰਦ, ਇੱਕ ਤੁਸੀਂ ਹੋ ਇੱਕ ਮੈਂ ਵੀ ਹਾਂ, ਇਹਨਾਂ ਦੀ ਵੋਟ ਦੇ ਵਿੱਚ ਵੰਡ ਨਹੀਂ ਹੋਣੀ ਚਾਹੀਦੀ ਤੇ ਸਾਡਾ ਟੀਚਾ ਸਾਰਿਆਂ ਦਾ ਇੱਕ ਹੈ ਕਿ ਕਿਸਾਨਾਂ ਦੀ ਬਿਹਤਰੀ ਵਾਸਤੇ ਅਸੀਂ ਇਕੱਠੇ ਹੋ ਕੇ ਸੰਘਰਸ਼ ਕਰੀਏ। ਤੁਸੀਂ ਵੀ ਕੀਤਾ ਤੇ ਅਸੀਂ ਵੀ ਕੀਤਾ ਤੇ ਇਸ ਗੱਲ ਕਰ ਮੈਂ ਜਿਹੜਾ ਸਿੰਬਲ ਲਿਆ ਸੀ ਉਹਨਾਂ ਦਾ ਹੱਥ ਜੋੜ ਕੇ ਉਹਨਾਂ ਨੂੰ ਵਾਪਸ ਕਰਨਾ। ਮੇਰੇ ਕੋਲ ਕਿਸਾਨ ਜਥੇਬੰਦੀਆਂ ਨੇ ਅਪਰੋਚ ਕੀਤੀ, ਮੈਂ ਵੀ ਉਹਨਾਂ ਦੀਆਂ ਗੱਲਾਂ 'ਚ ਕਿਉਂਕਿ ਮੈਂ ਇੱਕ ਆਪ ਕਿਸਾਨ ਹਾਂ, ਉਹਨਾਂ ਦੇ ਮੋਰਚੇ 'ਚ ਜਾਂਦਾ ਰਿਹਾ, ਇੱਥੇ ਵੀ ਜਿੰਨੀ ਫਾਈਨੈਂਸ਼ੀਅਲੀ ਵੀ ਜਾਂ ਫਿਜ਼ੀਕਲੀ ਜਿੰਨੀ ਵੀ ਮਦਦ ਹੁੰਦੀ ਕਰਦਾ ਰਿਹਾ, ਉਹਨਾਂ ਨੇ ਮੈਨੂੰ ਅਪਰੋਚ ਕੀਤਾ। ਕੁਝ ਬੰਦੇ ਇਹੋ ਜਿਹੇ ਵੀ ਹਨ ਵੀ ਮੈਂ ਸਮਝ ਲਓ ਵੀ ਉਹਨਾਂ ਦੀ ਗੱਲ ਪੂਰੀ ਤਰ੍ਹਾਂ ਆਪਣੇ ਨੇਤਾ ਜੀ ਦੀ ਇਗਨੋਰ ਜਿਹਾ ਹੋ ਗਿਆ ਤੇ ਉਹਨਾਂ ਦੀ ਗੱਲ ਮੰਨ ਲਈ। ਗੱਲ ਮੰਨਣ ਤੋਂ ਬਾਅਦ ਜਦੋਂ ਮੈਨੂੰ ਪੂਰਾ ਇੱਕ ਇੱਥੇ ਦੋ ਜਥੇਬੰਦੀਆਂ ਸੀ ਜੀ, ਇੱਕ ਤਾਂ ਗੱਲ ਜਿਹੜੀ ਪਹਿਲਾਂ
ਮੇਰੇ ਕੋਲ ਜਿਹੜੀ ਆਈ ਆ ਮਾਝਾ ਕਿਸਾਨ ਸੰਘਰਸ਼ ਕਮੇਟੀ, ਉਹਨੇ ਅਪਰੋਚ ਕੀਤਾ ਜ਼ਿਆਦਾ। ਜਦੋਂ ਮੈਂ ਉਹਨਾਂ ਨੂੰ ਹਾਂ ਕਰ ਬੈਠਾ, ਇੱਕ ਸਾਡੇ ਆਪਣੇ ਜਿਨ੍ਹਾਂ ਨਾਲ ਮੈਂ ਜ਼ਿਆਦਾ ਜਾਂਦਾ ਸੀ, ਦਿੱਲੀ ਤੱਕ ਵੀ ਗਿਆ, ਆਪਣਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹਨਾਂ ਨੇ ਆਣ ਕੇ ਮੈਨੂੰ ਅਪਰੋਚ ਕੀਤਾ ਨਾਲ। ਤੇ ਬਾਜਵਾ ਸਾਹਿਬ ਦਾ ਬਾਜਵਾ ਸਾਹਿਬ ਸਾਡੇ ਲਈ ਇੰਨੀ ਉੱਥੇ ਲੜਾਈ ਲੜਨ ਡਏ ਆ, ਤੇ ਉਹਨਾਂ ਦੇ ਅਸੀਂ ਹੁਣ ਵਿਰੁੱਧ ਲੜਾਂਗੇ, ਤੇ ਨਾਲੇ ਅਸੀਂ ਤੇ ਇਲੈਕਸ਼ਨ ਲੜਨੀ ਨਹੀਂ। ਉਹਨਾਂ ਨੇ ਵੀ ਅਪਰੋਚ ਕੀਤਾ। ਜਦੋਂ ਬਾਜਵਾ ਸਾਹਿਬ ਦਾ ਚਿਹਰਾ ਸਾਡੇ ਸਾਹਮਣੇ ਆਇਆ, ਤੇ ਮੈਂ ਤੀਜੇ ਦਿਨ ਹੀ ਉਹਨਾਂ ਅੱਗੇ ਹੱਥ ਜੋੜ ਦਿੱਤੇ ਵੀ ਮੈਂ ਇਹ ਕੰਮ ਨਹੀਂ ਕਰਨਾ। ਆਪਣੀ ਟਿਕਟ ਉਹਨਾਂ ਦੀ ਉਹਨਾਂ ਨੂੰ ਵਾਪਸ ਦੇ ਦਿੱਤੀ। ਤੇ ਪੰਜਾਬ ਦੇ ਵਿੱਚ ਚਰਚਿਤ ਡਰੱਗ ਕੇਸ ਤੇ ਕਾਂਗਰਸ ਅਤੇ ਅਕਾਲੀ ਦਲ ਦੇ ਵੱਲੋਂ ਸਿਰਫ ਸਿਆਸੀ ਸਟੰਟ ਖੇਡਿਆ ਜਾ ਰਿਹਾ ਹੈ, ਕਿਉਂਕਿ ਬਾਦਲ ਤੇ ਕੈਪਟਨ ਨੇ ਇੱਕ ਦੂਸਰੇ ਨੂੰ ਆਪਣੀਆਂ ਸਰਕਾਰਾਂ ਦੇ ਹੱਕ ਦੇ ਵਿੱਚ ਪਹੁੰਚਾਇਆ ਹੈ। ਇਹ ਕਹਿਣਾ ਸੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ। ਉਹਨਾਂ ਨੇ ਅੱਜ ਅਮਲੋਹ ਦੇ ਵਿੱਚ ਕਈ ਟਕਸਾਲੀ ਕਾਂਗਰਸੀਆਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਆਏ ਸਨ। ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਦੀ ਫਾਈਲ LG ਦੇ ਕੋਲ ਪਈ ਹੈ। ਵਿਰੋਧੀ ਪਾਰਟੀਆਂ ਇਸ ਤੇ ਸਿਆਸਤ ਕਰ ਰਹੀਆਂ ਨੇ। ਹਲਕਾ ਅਮਲੋਹ ਦੇ ਕਾਂਗਰਸ ਦੇ 3 ਦਰਜਨ ਦੇ ਕਰੀਬ ਟਕਸਾਲੀ ਕਾਂਗਰਸੀ ਆਪ ਦੇ ਵਿੱਚ ਸ਼ਾਮਿਲ ਹੋਏ ਨੇ, ਜਿਨ੍ਹਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਇਸ ਮੌਕੇ ਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਟਕਸਾਲੀ ਕਾਂਗਰਸੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ, ਜਿਨ੍ਹਾਂ ਦਾ ਉਹ ਸਵਾਗਤ ਕਰਦੇ ਨੇ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਹਨੇਰੀ 2017 ਦੀਆਂ ਚੋਣਾਂ ਦੀ ਤਰ੍ਹਾਂ ਚੱਲੇਗੀ ਅਤੇ ਦੂਸਰੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਨੇ। ਉੱਥੇ ਹੀ ਹਰਪਾਲ ਸਿੰਘ ਚੀਮਾ ਨੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੇ ਬੋਲਦੇ ਹੋਏ ਕਿਹਾ ਹੈ ਕਿ ਰਾਹੁਲ ਗਾਂਧੀ ਪੰਜਾਬ ਆਉਣ ਜਾਂ ਨਾ ਆਉਣ, ਪਰ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਜਦ ਵੀ ਕਾਂਗਰਸ ਦੀ ਸਰਕਾਰ ਬਣੀ ਹੈ ਉਸਨੇ ਪੰਜਾਬ ਦਾ ਨੁਕਸਾਨ ਹੀ ਕੀਤਾ ਹੈ। ਉਹਨਾਂ ਨੇ ਵੀ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਬੇਅਦਬੀਆਂ ਹੋਈਆਂ ਨੇ। ਪੰਜਾਬ ਜਿਹੜੀ ਆ ਸਥਿਤੀ ਇੰਨੀ ਅੱਛੀ ਆ ਕਿ ਜਿਹੜੀ ਪਹਿਲਾਂ 2017 ਦੇ ਵਿੱਚ ਹਨੇਰੀ ਚੱਲੀ ਸੀ, ਉਹ ਜਿਸ ਦਿਨ ਇਲੈਕਸ਼ਨ ਹੋਣੀ ਆ ਉਹ ਤੂਫਾਨ ਦੇ ਰੂਪ ਤਬਦੀਲ ਹੋਊਗੀ। ਸਾਰੀਆਂ ਪਾਰਟੀਆਂ ਦੀ ਪੰਜਾਬ ਵਿੱਚ ਜ਼ਮਾਨਤ ਜ਼ਬਤ ਹੋਊਗੀ। ਆਮ ਆਦਮੀ ਪਾਰਟੀ ਦੇ ਕੈਂਡੀਡੇਟ ਭਾਰੀ ਵੱਡੀ ਸੰਖਿਆ ਦੇ ਵਿੱਚ ਬਹੁਤ ਵੱਡੇ ਬਹੁਮਤ ਦੇ ਨਾਲ ਜਿੱਤ ਕੇ ਪੰਜਾਬ ਦੀ ਅਸੈਂਬਲੀ 'ਚ ਪਹੁੰਚਣਗੇ। ਕਿਹਦੇ ਨਾਲ ਟੱਕਰ ਆ ਜੀ? ਮੇਨ ਆਪਾਂ ਕਿਹਦੇ ਨਾਲ ਟੱਕਰ ਸਮਝਦੇ? ਦੇਖੋ, ਰਾਹੁਲ ਗਾਂਧੀ ਜਿੱਥੇ ਮਰਜ਼ੀ ਆਉਣ, ਜਿੱਥੇ ਮਰਜ਼ੀ ਨਾ ਆਉਣ, ਪੰਜਾਬ ਦੇ ਲੋਕਾਂ ਨੂੰ ਪਤਾ ਗਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਬਰਬਾਦ ਕੀਤਾ ਗਾ। ਪੰਜਾਬ ਦੀ ਬਰਬਾਦ ਕਰਨ ਦੇ ਵਿੱਚ ਕਾਂਗਰਸ ਪਾਰਟੀ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਹੈਗੀ। ਪੰਜਾਬ ਦੇ ਉੱਤੇ 3.25 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਇਹਨਾਂ ਲੋਕਾਂ ਨੇ ਚੜਾਤਾ, ਔਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਇਹਨਾਂ ਦੇ ਰਾਜ ਵਿੱਚ, ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਗਾਤਾਰ ਹੋ ਰਹੀ ਆ। ਇਹ ਅਪਰਾਧ ਰੋਕਣ ਦੇ ਵਿੱਚ ਫੇਲ ਹੋਏ ਨੇ ਕਿ ਲਗਾਤਾਰ ਪੰਜਾਬ ਨੂੰ ਬਰਬਾਦ ਕਰ ਰਹੇ ਨੇਗੇ ਲੋਕ। ਸੋ ਜਿੰਨਾ ਮਰਜ਼ੀ ਰਾਹੁਲ ਗਾਂਧੀ ਜੀ ਗੇੜੇ ਮਾਰ ਲੈਣ, ਉਹਨਾਂ ਦੇ ਸਾਰੇ ਕੈਂਡੀਡੇਟ ਦੀ ਪੰਜਾਬ 'ਚ ਜ਼ਮਾਨਤ ਜ਼ਬਤ ਹੋਊਗੀ। ਜਿਹੜਾ ਮਾਮਲਾ ਉੱਠ ਰਿਹਾ ਉਹਦੇ ਵਾਸਤੇ ਤੁਹਾਡਾ ਕੀ ਕਹਿਣਾ ਜੀ? ਦੇਖੋ, ਉਹ ਜਿਹੜਾ ਰਿਹਾਈ ਦਾ ਮਾਮਲਾ ਕਿ ਉਹ ਫਾਈਲ ਜਿਹੜੀ LG ਦੇ ਆਫਿਸ 'ਚ ਪਈ ਜਾਗੀ, ਉਹ ਸਾਡੇ ਕੋਲੇ ਫਾਈਲ ਹੈ ਨਹੀਂ। ਕੋਈ ਜਿਹੜੇ ਫੈਸਲੇ ਹੁੰਦੇ ਨੇਗੇ ਉਹ LG ਕਰਦੇ ਨੇਗੇ। ਸੋ ਜਦੋਂ ਕੋਡ ਆਫ ਕੰਡਕਟ ਲੱਗ ਗਿਆ, ਉਸ ਤੋਂ ਬਾਅਦ ਉਹਨੂੰ ਕੱਢਣ ਦਾ ਯਤਨ ਕੀਤਾ ਗਿਆ। ਉਹ ਫਾਈਲ ਜਿਹੜੀ ਦਿਖਾ ਰਹੇ ਨੇ ਸੋਸ਼ਲ ਮੀਡੀਆ ਤੇ, ਉਹ 2020 ਦੀ ਆ। 2020 ਦੇ 2 ਸਾਲਾਂ ਬਾਅਦ ਦਿਖਾਉਣਾ ਇਸ ਗੱਲ ਦਾ ਸੰਕੇਤ ਹੈ ਕਿ ਵਿਰੋਧੀ ਪਾਰਟੀ ਦੀ ਚਾਲ ਆ। ਆਮ ਆਦਮੀ ਪਾਰਟੀ ਕਾਨੂੰਨ ਦੇ ਵਿੱਚ ਕਦੇ ਵੀ ਕਿਤੇ ਅੜਿੱਕਾ ਨਹੀਂ ਬਣਦੀ। ਆਮ ਆਦਮੀ ਪਾਰਟੀ ਕਾਨੂੰਨ ਦਾ ਰਾਜ ਚਾਹੁੰਦੀ ਹੈ। ਹਾਂਜੀ, ਜਿਹੜਾ ਮਜੀਠੀਆ ਜਿਹੜਾ ਅੱਜ ਨੂੰ ਬਚਾਇਆ ਜਾ ਰਿਹਾ, ਉਹ ਜਿਹੜੀ ਅੱਗੇ ਸੁਪਰੀਮ ਕੋਰਟ, ਦੇਖੋ, ਆਮ ਆਦਮੀ ਪਾਰਟੀ ਨੇ ਪਹਿਲੇ ਕਿਹਾ ਸੀਗਾ ਕਿ ਇੱਕ ਰਾਜਨੀਤਿਕ ਸਟੰਟ ਰਚ ਰਹੇ ਨੇ ਕਿ ਇਹ ਡਰੱਗ ਮਾਫੀ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੇ। 2018 ਦੀ ਰਿਪੋਰਟ ਤਿਆਰ ਹੋਈ ਆ ਔਰ 2021 ਜਾ ਕੇ ਪਰਚਾ ਦਰਜ ਕਰਨਾ ਸੀ। ਪੰਜਾਬ ਦੀ ਅਸੈਂਬਲੀ ਦੇ ਅੰਦਰ, ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਨੰਬਰ ਆਫ ਟਾਈਮਸ ਇਹ ਮਸਲਾ ਰੇਜ਼ ਕੀਤਾ ਸੀਗਾ ਕਿ ਡਰੱਗ ਦੀ ਜਿਹੜੀ ਰਿਪੋਰਟ ਆਈ ਆ ਉਹ ਜਨਤਕ ਹੋਣੀ ਚਾਹੀਦੀ ਆ, ਜਨਤਾ ਦੇ ਵਿੱਚ ਹੋਣੀ ਚਾਹੀਦੀ ਆ, ਔਰ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਕਿਉਂਕਿ ਜੇਕਰ ਇਹ ਮਾਮਲਾ 2018 'ਚ ਦਰਜ ਹੁੰਦਾ ਤਾਂ ਹੁਣ ਤੱਕ ਉਹ ਦੋਸ਼ੀਆਂ ਨੂੰ ਜੇਲ੍ਹ ਹੋ ਜਾਣੀ ਸੀ, ਜਾਂ ਜੇਕਰ ਉਹ ਆਪਣਾ ਨਹੀਂ ਉਹਨਾਂ ਨੇ ਕੰਮ ਕੀਤਾ ਤਾਂ ਬਰੀ ਹੋ ਜਾਂਦੇ। ਸੋ 2018 ਤੋਂ ਲਟਕਾ ਕੇ ਰੱਖਿਆ। ਇਸ ਗੱਲ ਦਾ ਸਬੂਤ ਆ ਕਿ ਕਾਂਗਰਸ ਪਾਰਟੀ ਦੋਸ਼ੀਆਂ ਨੂੰ ਬਚਾ ਰਹੀ ਹੈ, ਕਿਉਂਕਿ ਖੇਡ ਆ ਇਹਨਾਂ ਦਾ ਆਪਸ ਵਿੱਚ। ਇਹ ਮਿਲੀ ਭੁਗਤਾ ਗਈ। ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਜਿਹੜੇ ਕੇਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ, ਸੁਖਬੀਰ ਸਿੰਘ ਬਾਦਲ ਦੇ ਉੱਤੇ ਕੈਪਟਨ ਸਾਹਿਬ ਦੀ ਸਰਕਾਰ ਦੇ 2002 ਤੋਂ ਲੈ ਕੇ 2007 'ਚ ਬਣੇ ਸੀਗੇ, ਉਹ ਜਾ ਕੇ ਜਦੋਂ ਸਰਕਾਰਾਂ ਜਾਂਦੀ ਸਾਰੇ ਫੇਲ ਹੋ ਗਏ। ਉਸੇ ਤਰ੍ਹਾਂ ਜਿਹੜੇ ਕੇਸ ਕੈਪਟਨ ਸਾਹਿਬ ਦੇ ਖਿਲਾਫ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ ਬਣੇ, ਉਹ ਸਾਰੇ ਦੇ ਸਾਰੇ ਕੇਸ 2017 ਜਾ ਕੇ ਫੇਲ ਹੋ ਗਏ। ਕਿਉਂਕਿ ਜਾਣ ਬੁੱਝ ਕੇ ਲੋਕਾਂ ਦੇ ਮਸਲਿਆਂ ਤੋਂ ਧਿਆਨ ਹਟਾਉਣ ਲਈ ਇਸ ਤਰ੍ਹਾਂ ਕਰਦੇ ਨੇਗੇ, ਔਰ ਕਾਰਵਾਈ ਜਿਹੜੀ ਆ ਕਿਸੇ ਦੇ ਖਿਲਾਫ ਨਹੀਂ ਕਰਦੇ। ਅੱਜ ਪੰਜਾਬ ਨੂੰ ਜਿਹੜਾ ਹੈਗਾ ਬੁਰੀ ਤਰ੍ਹਾਂ ਇਹਨਾਂ ਦੀ ਰਿਸ਼ਵਤਖੋਰੀ ਨੇ ਲੁੱਟਿਆ। ਅੱਜ ਪੰਜਾਬ ਦੀ ਐਜੂਕੇਸ਼ਨ ਨੂੰ ਤਬਾਹ ਕੀਤਾ। ਪੰਜਾਬ ਦੇ ਪਬਲਿਕ ਸੈਕਟਰ ਨੂੰ, ਚਾਹੇ ਸਾਡੇ ਹਸਪਤਾਲ ਨੇ, ਚਾਹੇ ਸਾਡੀ ਐਜੂਕੇਸ਼ਨ ਆ, ਚਾਹੇ ਸਾਡੇ ਉਦਯੋਗ ਨੇ, ਇਹਨਾਂ ਲੋਕਾਂ ਨੇ ਬੁਰੀ ਤਰ੍ਹਾਂ ਤਬਾਹ ਕੀਤਾ ਗਾ।
ਦਿੱਲੀ ਸਿੰਘੂ ਬਾਰਡਰ ਤੇ ਕਿਸਾਨਾਂ ਨੇ ਲਗਭਗ 1 ਸਾਲ ਬੈਠ ਕੇ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਇਆ ਹੈ, ਲੇਕਿਨ ਇਸ ਦੌਰਾਨ ਕਿਸਾਨਾਂ ਨੂੰ ਦਿੱਲੀ ਬਾਰਡਰ ਤੇ ਕਈ ਤਰ੍ਹਾਂ ਦੇ ਉਤਰਾਅ ਚੜਾਅ ਦੇਖਣ ਨੂੰ ਮਿਲੇ ਨੇ। ਗੱਲ ਕਰੀਏ ਤਾਂ 26 ਜਨਵਰੀ ਤੋਂ ਬਾਅਦ 28 ਅਤੇ 29 ਜਨਵਰੀ 2020 ਨੂੰ ਦਿੱਲੀ ਬਾਰਡਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਸੀ, ਜਿਸ ਦੇ ਵਿੱਚ ਕਈ ਕਿਸਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਤੇ ਕਈ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਉਸ ਦੇ ਰੋਸ ਦੇ ਵਜੋਂ 1 ਸਾਲ ਪੂਰਾ ਹੋਣ ਤੇ ਅੰਮ੍ਰਿਤਸਰ ਗੋਲਡਨ ਗੇਟ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਕਿਹਾ ਹੈ ਕਿ 29 ਜਨਵਰੀ ਨੂੰ ਦਿੱਲੀ ਬਾਰਡਰ ਤੇ RSS ਦੇ ਗੁੰਡਿਆਂ ਨੇ ਅਤੇ ਪੁਲਿਸ ਨੇ ਮਿਲ ਕੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਸੀ, ਜਿਸ ਦੌਰਾਨ ਕਿ ਕਈ ਕਿਸਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸਨ ਅਤੇ ਸਰਕਾਰ ਨੇ ਉਹਨਾਂ ਗੁੰਡਿਆਂ ਨੂੰ ਆਪਣੀ ਸ਼ਹਿਦ ਅਜੇ ਤੱਕ ਦਿੱਤੀ ਹੋਈ ਹੈ ਅਤੇ ਉਹਨਾਂ ਦੇ ਖਿਲਾਫ ਕੋਈ ਬਣਦੀ ਕਾਰਵਾਈ ਨਹੀਂ ਕੀਤੀ, ਜਿਸ ਦੇ ਰੋਸ ਦੇ ਵਜੋਂ ਅੱਜ ਉਹਨਾਂ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਆ ਦੇਖੋ, ਅੱਜ ਦੇ ਦਿਨ 29 ਜਨਵਰੀ ਆ। ਇਹ 29 ਜਨਵਰੀ ਨੂੰ ਤੇ 28 ਇਹਦੋਂ ਇੱਕ ਦਿਨ ਪਹਿਲੋਂ RSS ਦੇ ਭਾਜਪਾ ਦੇ ਟ੍ਰੇਨਡ ਕੀਤੇ ਹੋਏ ਗੁੰਡੇ, ਜਿਨ੍ਹਾਂ 'ਚ ਪ੍ਰਦੀਪ ਖੱਤਰੀ, ਅਮਨ ਡਬਾਸ, ਉਹ ਫੋਰਸਾਂ ਦੀ ਮਦਦ ਦੇ ਨਾਲ ਸਿੰਘੂ ਬਾਰਡਰ ਤੇ ਆਏ ਤੇ ਸਾਡੇ ਤੇ ਹਮਲਾ ਕੀਤਾ। ਉਸ ਹਮਲੇ ਵਿੱਚ 18-20 ਕਿਸਾਨ ਗੰਭੀਰ ਜ਼ਖਮੀ ਹੋਏ, ਸੈਂਕੜੇ ਕਿਸਾਨ ਨਾਰਮਲ ਜ਼ਖਮੀ ਹੋਏ। ਫੋਰਸਾਂ ਨੇ ਮਦਦ ਕੀਤੀ, ਪਥਰਾਅ ਹੋਇਆ ਸਾਡੇ ਉੱਤੇ, ਇਹਦੋਂ ਹੰਝੂ ਗੈਸ ਵੀ ਸਾਡੇ ਤੇ ਮਾਰੇ, ਲਾਠੀ ਚਾਰਜ ਵੀ ਸਾਡੇ ਤੇ ਕੀਤਾ। ਅਜੇ ਤੱਕ ਉਹਨਾਂ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਡੇ ਗ੍ਰਹਿ ਮੰਤਰੀ ਜੀ ਕਹਿੰਦੇ ਆ ਵੀ ਅਸੀਂ ਯੂਪੀ ਦੇ ਵਿੱਚ ਗੈਂਗਸਟਰ ਕਲਚਰ ਖਤਮ ਕਰ ਦਿੱਤਾ, ਅਸੀਂ ਜੀ ਪੁਰਅਮਨ ਤਰੀਕੇ ਦਾ ਗੁੱਡ ਗਵਰਨੈਂਸ ਲੈ ਕੇ ਆਏ ਆ। ਤੇ ਅਮਨ ਦਬਾਸ਼ ਤੇ ਪ੍ਰਦੀਪ ਖੱਤਰੀ ਜਿਹੜੇ ਗੈਂਗਸਟਰਾਂ ਵਰਗੇ ਗੁੰਡੇ ਨੇ, ਉਹ ਉਹਨਾਂ ਦੀ ਪਾਰਟੀ ਦੇ ਵਿੱਚ ਆ। ਅਜੇ ਮਿਸ਼ਰਾ ਟੈਣੀ ਵੀ ਉਹਨਾਂ ਕੋਲ ਬੈਠਾ ਹੈਗਾ। ਤੋ ਅੱਜ 29 ਦੇ ਪ੍ਰੋਗਰਾਮ ਨੂੰ ਪਰਦਾਫਾਸ਼ ਕਰਨ ਲਈ ਪੂਰੇ ਪੰਜਾਬ 'ਚ, ਅੰਮ੍ਰਿਤਸਰ 'ਚ 46 ਥਾਵਾਂ ਤੇ ਸੀ ਆ, ਪੂਰੇ ਪੰਜਾਬ 'ਚ ਸੈਂਕੜੇ ਥਾਵਾਂ ਤੇ ਅਸੀਂ ਜਿਹੜਾ ਵਾ ਮੋਦੀ ਸਰਕਾਰ ਦੀਆਂ ਅਰਥੀਆਂ ਫੂਕ ਮੁਜ਼ਾਹਰੇ ਕਰ ਰਹੇ ਹਾਂ, ਮੰਗ ਕਰ ਰਹੇ ਹਾਂ ਵੀ ਭਈ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸੰਘਰਸ਼ਾਂ ਨੂੰ ਹੋਰ ਤੇਜ਼ ਕਰਾਂਗੇ। ਤੇ ਅੱਜ ਕਾਲੇ ਦਿਹਾੜੇ ਵਜੋਂ ਅਸੀਂ ਇਹ ਦਿਨ ਨੂੰ ਜਿਹੜਾ ਵੀ ਸਾਡੇ ਕਿਸਾਨ ਲਹਿਰ ਲਈ ਕਾਲਾ ਦਿਹਾੜਾ, ਉਹਨਾਂ ਨੇ ਕਿਸਾਨ ਲਹਿਰ ਤੇ ਹਮਲਾ ਕੀਤਾ ਸੀਗਾ। ਅੱਜ ਗੋਲਡਨ ਗੇਟ ਤੁਹਾਨੂੰ ਪਤਾ ਸੀ ਅਰਥੀ ਫੂਕ ਮੁਜ਼ਾਹਰਾ ਕਰਕੇ ਦਾ ਵਿਰੋਧ ਕੀਤਾ ਵਾ। ਕਈ ਮੰਗਾਂ ਜਿਹੜੀਆਂ ਤੁਹਾਡੀਆਂ ਰਹਿ ਗਈਆਂ ਹਾਲੇ ਨਹੀਂ ਮੰਨੀਆਂ ਸਰਕਾਰ ਨੇ, ਕਿਉਂਕਿ ਪੰਜਾਬ 'ਚ ਪੁਤਲੇ ਫੂਕੇ ਜਾਣਗੇ, ਕਿਤੇ ਹੋਰ ਵੀ ਬਾਹਰ ਜਾ ਕੇ। ਦੇਖੋ, ਇਹ ਤਾਂ ਆਪਾਂ ਪੰਜਾਬ ਦੀ ਜਥੇਬੰਦੀ ਸੀ, ਪੰਜਾਬ ਦੀ ਗੱਲ ਕਰਦੇ। ਸਾਂਝਾ ਘੋਲ ਹੋਊਗਾ ਤਾਂ ਪੂਰੇ ਦੇਸ਼ ਪੱਧਰ ਦਾ ਚੱਲੂਗਾ। 31 ਤਰੀਕ ਨੂੰ ਸਾਂਝਾ ਪ੍ਰੋਗਰਾਮ ਆ, ਉਹਦੇ ਵਿੱਚ ਅਜੇ ਮਿਸ਼ਰਾ ਟੈਣੀ ਨੂੰ ਅੰਦਰ ਕਰਨਾ, MSP ਗਰੰਟੀ ਕਾਨੂੰਨ, ਸਾਰੇ ਕੇਸ ਵਾਪਸ ਲੈਣੇ, ਉਹ ਸਾਡੀ ਜਥੇਬੰਦੀ ਵੀ ਉਹਦਾ ਸਮਰਥਨ ਕਰੂਗੀ। ਉਹ ਅਰਥੀ ਫੂਕ ਮੁਜ਼ਾਹਰੇ ਵੀ ਕਰਾਂਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਣੇ ਕਾਲਜਾਂ ਦੇ ਵਿੱਚ ਨਵੇਂ ਰੁਜ਼ਗਾਰ ਮੁਖੀ ਕੋਰਸ ਸ਼ੁਰੂ ਕਰਨ ਦੇ ਲਈ ਅਮਰੀਕੀ ਸੰਸਥਾ ਦੇ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਇਸ ਦੇ ਮੁੱਢਲੇ ਦੌਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬੌਜ ਇਨੋਵੇਸ਼ਨ ਐਂਡ ਟੈਕਨੋਲੋਜੀ ਕੈਲੀਫੋਰਨੀਆ ਦੇ ਅਧਿਕਾਰੀਆਂ ਦੇ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ ਗਈ ਹੈ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਯਤਨ ਆਪਣੇ ਕਾਲਜਾਂ ਦੇ ਵਿੱਚ ਨਵੇਂ ਕੋਰਸ ਲਿਆ ਕੇ ਨੌਜਵਾਨ ਨੂੰ ਰੁਜ਼ਗਾਰ ਦੇ ਨਾਲ ਜੋੜਨਾ ਹੈ। ਉਹਨਾਂ ਨੇ ਦੱਸਿਆ ਕਿ ਇਸੇ ਦੇ ਤਹਿਤ ਅੱਜ ਬੌਜ ਇਨੋਵੇਸ਼ਨ ਐਂਡ ਟੈਕਨੋਲੋਜੀ ਕੈਲੀਫੋਰਨੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ। ਉਹਨਾਂ ਨੇ ਵੀ ਦੱਸਿਆ ਕਿ ਨਵੇਂ ਕੋਰਸ ਬੌਜ ਇਨੋਵੇਸ਼ਨ ਐਂਡ ਅਪਲਾਈਡ ਸੌਫਟਵੇਅਰ ਇੰਜੀਨੀਅਰਿੰਗ ਪ੍ਰੋਗਰਾਮ ਦੇ ਵਿੱਚ BSc, BCA ਅਤੇ BTech ਦੇ ਵਿਦਿਆਰਥੀ ਅਪਲਾਈ ਕਰ ਸਕਦੇ ਨੇ। ਇਸ ਦੇ ਲਈ ਪਹਿਲਾਂ ਰਜਿਸਟ੍ਰੇਸ਼ਨ ਹੋਏਗੀ ਅਤੇ ਫਿਰ ਟੈਸਟ ਲੈ ਕੇ ਦਾਖਲਾ ਕੀਤਾ ਜਾਏਗਾ। ਸੋ ਪਹਿਲਾਂ 3 ਮਹੀਨੇ ਦਾ ਕੋਰਸ ਹੋਏਗਾ, ਇਸ ਤੋਂ ਪਾਸ ਹੋਣ ਵਾਲਿਆਂ ਦਾ ਫਿਰ 9 ਮਹੀਨੇ ਦਾ ਕੋਰਸ ਹੋਏਗਾ। ਇਹ ਕੋਰਸ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਚੱਲੇਗਾ। ਇਸ ਕੋਰਸ ਦੇ ਲਈ $500 ਮਹੀਨਾ ਫੀਸ ਹੋਏਗੀ। ਉਹਨਾਂ ਨੇ ਦੱਸਿਆ ਹੈ ਕਿ ਇਸ ਦੇ ਲਈ 4 ਕਾਲਜਾਂ ਦੀ ਚੋਣ ਕੀਤੀ ਗਈ ਹੈ, ਜਿਸ ਦੇ ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਤੇ ਖਾਲਸਾ ਕਾਲਜ ਪਟਿਆਲਾ ਸ਼ਾਮਿਲ ਨੇ। ਇਸ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿਦਿਆਰਥੀ ਵੀ ਦਾਖਲਾ ਲੈ ਸਕਦੇ ਨੇ। ਉਹਨਾਂ ਨੇ ਦੱਸਿਆ ਹੈ ਕਿ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਬੌਜ ਇਨੋਵੇਸ਼ਨ ਐਂਡ ਟੈਕਨੋਲੋਜੀ ਦੇ ਵੱਲੋਂ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ, ਤਾਂ ਜੋ ਦੇਸ਼ ਦੇ ਨਾਲ ਵਿਦੇਸ਼ ਦੇ ਅੰਦਰ ਵੀ ਕੰਮ ਕੀਤਾ ਜਾ ਸਕੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਤੇ ਸ਼ਨੀਵਾਰ ਨੂੰ ਹੋਏ ਰੀਜਨਲ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਕਮੇਟੀ ਮੈਂਬਰਾਂ ਨੂੰ ਦਿੱਲੀ ਪੁਲਿਸ ਦੇ ਵੱਲੋਂ ਚੱਲਦੇ ਹੋਏ ਇਜਲਾਸ ਚੋਂ ਜਬਰੀ ਬਾਹਰ ਕੱਢਣ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਹੈ। ਦੋਵਾਂ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਵੱਲੋਂ ਆਪਣੇ ਮੈਂਬਰਾਂ ਦੇ ਕ੍ਰਾਸ ਵੋਟਿੰਗ ਦੇ ਖਦਸ਼ੇ ਨੂੰ ਠੱਲਣ ਵਾਸਤੇ ਵਿਰੋਧੀ ਧਿਰ ਦੇ ਕਮੇਟੀ ਮੈਂਬਰਾਂ ਨੂੰ ਬਾਹਰ ਸੁੱਟਣ ਦਾ ਟੀਚਾ ਮਿਥਿਆ ਗਿਆ ਸੀ, ਜਿਸ ਦੇ ਲਈ ਬਕਾਇਦਾ ਕਾਲਕਾ ਨੇ 30 ਮੈਂਬਰਾਂ ਦੇ ਦਸਤਖਤਾਂ ਦੇ ਨਾਲ ਪੁਲਿਸ ਫੋਰਸ ਮੰਗਣ ਦੇ ਲਈ ਡਾਇਰੈਕਟਰ ਦਿੱਲੀ ਗੁਰਦੁਆਰਾ ਚੋਣ ਬੋਰਡ ਨੂੰ ਪੱਤਰ ਲਿਖਿਆ, ਜਿਸ ਦੇ ਵਿੱਚ 29ਵੇਂ ਨੰਬਰ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਸਤਖਤ ਵੀ ਸ਼ਾਮਲ ਨੇ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਚੱਲਦੇ ਇਜਲਾਸ ਦੇ ਵਿੱਚ ਪਹਿਲਾਂ ਕਾਬਜ਼ ਧਿਰ ਦੇ ਵੱਲੋਂ ਇੱਕ ਵੋਟ ਨੂੰ ਲੈ ਕੇ ਬੇਲੋੜਾ ਵਿਚਾਰਕ ਟਕਰਾਅ ਪੈਦਾ ਹੋ ਗਿਆ ਅਤੇ ਫਿਰ 11 ਘੰਟੇ ਤੱਕ ਆਪਣੀ ਜਿੱਦ ਨੂੰ ਸਿਰੇ ਚੜ੍ਹਨ ਦੇ ਲਈ ਪੁਲਿਸ ਬੁਲਾਈ ਗਈ। ਸਰਨਾ ਨੇ ਦੱਸਿਆ ਕਿ ਦਿੱਲੀ ਕਮੇਟੀ ਦਫ਼ਤਰ ਦੇ ਵਿੱਚ ਬਾਵਰਦੀ ਜੁੱਤੀਆਂ ਸਣੇ ਪੁਲਿਸ ਵਾੜੀ ਗਈ। ਇਸ ਸਾਰੇ ਮਾਮਲੇ ਦੇ ਵਿੱਚ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਵਾੜਨ ਦੇ ਲਈ ਦਿੱਤੀ ਗਈ ਦਰਖਾਸਤ ਤੇ ਦਸਤਖਤ ਕੀਤੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣਾਂ ਤੋਂ ਪਹਿਲਾਂ ਪਰਿਵਾਰਕ ਵਿਵਾਦ ਦੇ ਵਿੱਚ ਘਿਰ ਗਏ ਨੇ। ਅਮਰੀਕਾ ਤੋਂ ਆਈ ਸਿੱਧੂ ਦੀ ਭੈਣ ਸੁਮਨ ਤੂਰ ਨੇ ਵੱਡੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਘਰੋਂ ਕੱਢ ਦਿੱਤਾ ਸੀ। ਇੱਥੇ ਹੀ ਬਸ ਨਹੀਂ, ਨਵਜੋਤ ਸਿੰਘ ਸਿੱਧੂ ਨੇ ਮੀਡੀਆ ਦੇ ਵਿੱਚ ਬਿਆਨ ਦੇ ਕੇ ਝੂਠ ਬੋਲਿਆ ਹੈ ਕਿ ਮੇਰੇ ਮਾਤਾ-ਪਿਤਾ ਨਿਆਇਕ ਤੌਰ ਤੇ ਵੱਖ ਹੋਏ ਨੇ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਨੇ, ਪਰ ਇਹ ਸਭ ਝੂਠ ਹੈ। NRI ਭੈਣ ਸੁਮਨ ਤੂਰ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਤੋਂ 15 ਸਾਲ ਵੱਡੀ ਹੈ ਤੇ ਅਮਰੀਕਾ ਦੇ ਵਿੱਚ ਰਹਿੰਦੀ ਹੈ। ਸਿੱਧੂ ਨੇ ਬਿਆਨ ਦਿੱਤਾ ਸੀ ਕਿ ਮਾਂ ਦੀ ਜੁਡੀਸ਼ੀਅਲ ਸੈਪਰੇਸ਼ਨ ਹੋਈ ਹੈ, ਉਸ ਸਮੇਂ ਮੈਂ 2 ਸਾਲ ਦਾ ਸੀ। ਮੇਰੀਆਂ ਮਾਵਾਂ ਭੈਣਾਂ ਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ, ਇਸ ਕਰਕੇ ਮੇਰੀ ਮਾਂ ਕਚਹਿਰੀ ਦੇ ਵਿੱਚ ਵੀ ਗਈ। ਸੁਮਨ ਨੇ ਕਿਹਾ ਹੈ ਕਿ ਮੈਂ ਸੋਚਦੀ ਹਾਂ ਕਿ ਇਹ ਬਿਆਨ ਸਿੱਧੂ ਨੇ ਸਿਰਫ ਪੈਸੇ ਪਿੱਛੇ ਦਿੱਤਾ ਸੀ। ਇਸ ਦੇ ਲਈ ਸਿੱਧੂ ਨੇ ਆਪਣੀ ਮਾਂ ਨੂੰ ਜਾਇਦਾਦ ਦੇ ਵਿੱਚੋਂ ਕੱਢਿਆ ਸੀ। ਸੁਮਨ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਤੇ ਸਿੱਧੂ ਨੂੰ ਮਿਲਣ ਉਹਨਾਂ ਦੇ ਅੰਮ੍ਰਿਤਸਰ ਦੇ ਵਿੱਚ ਸਥਿਤ ਘਰ ਦੇ ਵਿੱਚ ਗਈ ਸੀ, ਪਰ ਉਹਨਾਂ ਨੇ ਗੇਟ ਤੱਕ ਨਹੀਂ ਖੋਲ੍ਹਿਆ, ਇੱਥੋਂ ਤੱਕ ਕਿ ਉਸ ਨੂੰ WhatsApp ਤੋਂ ਵੀ ਬਲੌਕ ਕਰ ਦਿੱਤਾ ਗਿਆ ਸੀ। ਸੁਮਨ ਨੇ ਕਿਹਾ ਹੈ ਕਿ ਉਹਨਾਂ ਦੀ ਮਾਂ ਨੇ ਆਪਣਾ ਅਕਸ ਬਚਾਉਣ ਦੇ ਲਈ ਦਿੱਲੀ ਦੇ ਚੱਕਰ ਕੱਢੇ ਅਤੇ ਅੰਤ ਦੇ ਵਿੱਚ ਦਿੱਲੀ ਰੇਲਵੇ ਸਟੇਸ਼ਨ ਤੇ ਲਾਵਾਰਸਾਂ ਦੇ ਵਾਂਗ ਉਹਨਾਂ ਦੀ ਮੌਤ ਹੋ ਗਈ। ਸਿੱਧੂ ਨੇ ਇਹ ਸਾਰਾ ਕੁਝ ਜਾਇਦਾਦ ਦੇ ਲਈ ਕੀਤਾ ਹੈ। ਜਿਹੜਾ ਤੁਹਾਨੂੰ ਦਿੰਦਾ ਹਮੇਸ਼ਾ ਪ੍ਰੂਫ ਲਿਆਓ, ਪ੍ਰੂਫ ਦਿਓ। ਜੇ ਮੈਨੂੰ ਦਵਾ ਸਕਦੇ ਹੋ ਮੇਰੀ ਮਾਂ ਦੇ ਲਈ ਨਿਆਏ, ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ, ਤੁਸੀਂ ਪ੍ਰੈਸ ਹੋ, ਤੁਸੀਂ ਇਹਨੂੰ ਬਣਾਇਆ ਇਹਦਾ ਪਰਸੋਨਾ, ਕਿਉਂਕਿ ਤੁਹਾਨੂੰ ਪਤਾ ਨਹੀਂ ਸੀ ਇਹ ਕੀ ਹੈ। ਮੈਂ ਤੁਹਾਨੂੰ ਦੋਸ਼ ਨਹੀਂ ਦੇ ਰਹੀ, ਤੁਸੀਂ ਇਹਦਾ ਹਰ ਅਕਸ਼ਰ ਜਿਹੜਾ ਇਹਨੇ ਕਿਹਾ ਤੁਸੀਂ ਉਹਨੂੰ ਬਾਈਂਡ ਕੀਤਾ ਵੀ ਇਹ ਸਹੀ ਹੈ, ਕਿਉਂਕਿ ਅਸੀਂ ਅਜੇ ਤੱਕ ਕਦੀ ਬੋਲੀਆਂ ਨਹੀਂ। ਮੈਂ 70 ਸਾਲ ਦੀ ਹਾਂ, ਮੇਰੇ ਲਈ ਬੜਾ ਔਖਾ ਹੈ ਗੱਲ ਕਰਨੀ, ਮੇਰੀ ਫੈਮਿਲੀ ਦੀ ਗੱਲ ਹੈ, ਪਰ ਇਹ ਮੇਰੀ ਮਾਂ ਦਾ ਸਵਾਲ ਹੈ, ਮੇਰੇ ਮਾਂ ਪਿਓ ਦੀ ਇੱਜ਼ਤ ਦਾ ਸਵਾਲ ਹੈ, ਜਿਹਦੇ ਕਰਕੇ ਮੈਨੂੰ ਸਟੈਪ ਲੈਣਾ ਪਿਆ ਤੁਹਾਡੇ ਲੋਕਾਂ ਦੇ ਸਾਹਮਣੇ। ਅਮਰੀਕਾ ਤੋਂ ਆਈ ਸੁਮਨ ਤੂਰ ਦੇ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਨਵਜੋਤ ਕੌਰ ਸਿੱਧੂ ਨੇ ਪਤੀ ਦੀਆਂ ਭੈਣਾਂ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਹੈ। ਹਾਲਾਂਕਿ ਨਵਜੋਤ ਕੌਰ ਸਿੱਧੂ ਨੇ ਇੰਨਾ ਜ਼ਰੂਰ ਆਖਿਆ ਹੈ ਕਿ ਪਤੀ ਨਵਜੋਤ ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ 2 ਵਿਆਹ ਕਰ ਚੁੱਕੇ ਸਨ। ਸੋ ਉਹਨਾਂ ਦੀ ਪਹਿਲੀ ਪਤਨੀ ਤੋਂ 2 ਧੀਆਂ ਸਨ, ਪਰ ਉਹ ਸਿੱਧੂ ਦੀਆਂ ਭੈਣਾਂ ਨੂੰ ਨਹੀਂ ਜਾਣਦੀ ਹੈ। ਸੋ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਪ੍ਰਕਿਰਿਆ ਸਾਹਮਣੇ ਆਈ ਹੈ। ਅਮਰੀਕਾ ਤੋਂ ਚੰਡੀਗੜ੍ਹ ਪਹੁੰਚੀ ਸਿੱਧੂ ਦੀ ਭੈਣ ਸੁਮਨ ਤੂਰ ਨੇ ਦੱਸਿਆ ਹੈ ਕਿ ਉਹ ਇਸ ਮੁੱਦੇ ਤੇ ਨਵਜੋਤ ਸਿੱਧੂ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਦੇ ਵਿੱਚ ਮਿਲਣ ਗਈ, ਪਰ ਉਹਨਾਂ ਨੇ ਗੇਟ ਨਹੀਂ ਖੋਲ੍ਹਿਆ, ਇੱਥੋਂ ਤੱਕ ਕਿ ਉਹਨਾਂ ਨੂੰ WhatsApp ਤੋਂ ਬਲੌਕ ਵੀ ਕਰ ਦਿੱਤਾ ਗਿਆ। ਹਾਲਾਂਕਿ ਇਸ ਮਾਮਲੇ ਤੇ ਅਜੇ ਤੱਕ ਸਿੱਧੂ ਜਾਂ ਉਸਦੇ ਪੱਖ ਤੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਹੈ। ਅੱਛੀ ਗੱਲ ਹੈ, ਪਾਰਟੀ ਜਦੋਂ ਵੀ ਜਿਹਨੂੰ ਵੀ ਡਿਸਾਈਡ ਕਰੇ ਅਸੀਂ ਵੈਲਕਮ ਕਰਦੇ ਹਾਂ। ਲੋਕ ਇੰਨੇ ਬੇਵਕੂਫ ਤਾਂ ਹੈ ਨਹੀਂ, ਲੋਕਾਂ ਨੇ ਚੋਇਸ ਕਰਨੀ ਹੁੰਦੀ ਹੈ, ਲੋਕਾਂ ਨੇ ਵੋਟਸ ਪਾਉਣੀਆਂ ਹੁੰਦੀਆਂ। ਸੋ ਅੱਛੀ ਗੱਲ ਹੈ, ਜਿਹਨੂੰ ਮਰਜ਼ੀ ਕਰਨ, ਕੀ ਫਰਕ ਪੈਂਦਾ ਹੈ। लेडी सुनीता सुमन तूर है जिसने प्रेस कॉन्फ्रेंस करके है कि नवजोत ਸਿੰਘ ਸਿੱਧੂ ਦੀ ਭੈਣ ਹੈ। ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਬਲੌਕ ਕੀਤਾ ਵਾ ਤੇ ਉਹਨਾਂ ਦੀ ਮਦਰ ਦੀ ਵੀ ਡੈਥ ਮੈਂ ਉਹਨਾਂ ਨੂੰ ਨਹੀਂ ਜਾਣਦੀ, ਉਹਨਾਂ ਦੀ ਕੋਈ
ਫਾਦਰ ਦੀ ਪਹਿਲੀ ਮੈਰਿਜ ਸੀਗੀ ਕਿਸੇ ਲੇਡੀ ਨਾਲ, ਉੱਥੇ 2 ਡਾਟਰਸ ਹੋਈਆਂ ਸੀਗੀਆਂ। ਸੋ ਮੇਰੇ ਹੁੰਦੇ ਮੈਂ ਨਹੀਂ ਜਾਣਦੀ ਉਹਨਾਂ ਨੂੰ। ਮਜੀਠੀਆ ਦੇ ਲੜਨ ਨਾਲ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ? ਬਿਲਕੁਲ ਵੀ ਨਹੀਂ। ਅਸੀਂ ਆਪਣੀ ਮਿਹਨਤ ਸ਼ੁਰੂ ਤੋਂ ਕਰਦੇ ਆਏ ਹਾਂ, ਜਿੰਨੇ ਪੈਸੇ ਮਿਲਦੇ ਆਏ ਉਹਨੇ ਇਮਾਨਦਾਰੀ ਨਾਲ ਲਾਉਂਦੇ ਆਏ ਹਾਂ, ਤੇ ਉਹਦੇ ਨਾਲ ਤਾਂ ਘੱਟ ਮਿਹਨਤ ਕਰਨੀ ਪੈਣੀ ਹੈ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਬੰਦੇ ਨੇ ਸਾਰੇ ਪੰਜਾਬ ਦੀ ਪੀੜ੍ਹੀ, ਸਾਰੇ ਬੱਚੇ ਬਰਬਾਦ ਕੀਤੇ ਹੈ, ਮਜਬੂਰ ਕੀਤਾ ਲੋਕਾਂ ਨੂੰ ਕਿ ਕੈਨੇਡਾ ਤੇ ਬਾਹਰ ਜਾਣ, ਕਿਉਂਕਿ ਇੰਨੇ ਸਾਲ ਇਹਨਾਂ ਨੇ ਰਾਜ ਕੀਤਾ ਤੇ ਕੁਝ ਵੀ ਇਹੋ ਜਿਹਾ ਨਹੀਂ ਕਰ ਪਾਏ ਪੰਜਾਬ 'ਚ ਜਿਹਦੇ ਵਿੱਚ ਪੰਜਾਬ ਦੇ ਬੱਚੇ ਪੰਜਾਬ 'ਚ ਰਹਿ ਜਾਣ। ਸਾਰੇ ਭੱਜ ਕੇ ਬਾਹਰ ਜਾ ਰਹੇ ਆ ਆਈਲੈਟਸ ਕਲੀਅਰ ਕਰਕੇ। ਸੋ ਇਹੀ ਦਰਸਾਉਂਦਾ ਹੈ ਵੀ ਤੁਸੀਂ ਪੰਜਾਬ 'ਚ ਕੁਝ ਕੀਤਾ ਹੀ ਨਹੀਂ, ਬੱਚਿਆਂ ਲਈ ਨਹੀਂ ਕੀਤਾ, ਕੋਈ ਕਾਲਜਸ ਕੁਝ ਇਹੋ ਜਿਹਾ ਲੈਵਲ ਦਾ ਕੀਤਾ ਹੀ ਨਹੀਂ ਵੀ ਬੱਚੇ ਇੱਥੇ ਠਹਿਰਨ। ਸੋ ਇਹ ਡਿਜ਼ਰਵ ਹੀ ਨਹੀਂ ਕਰਦੇ। ਇਹਨਾਂ ਨੂੰ ਆਲਰੇਡੀ ਲੋਕ ਪੰਜਾਬ ਦੇ ਨਕਾਰ ਚੁੱਕੇ ਹੈ, ਐਂਡ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ। ਤੇ ਵੈਸੇ ਵੀ ਵੱਡੇ ਬਾਦਲ ਸਾਹਿਬ ਦੀ ਗੇਮ ਹੈ ਕਿ ਇਹਨੂੰ ਟੋਟਲੀ ਖਤਮ ਕੀਤਾ ਜਾਵੇ, ਇਹਦੀ ਬੇਇੱਜ਼ਤੀ ਕੀਤੀ ਜਾਵੇ ਤਾਂ ਕਿ ਮੇਰੇ ਮੁੰਡੇ ਨੂੰ ਕੋਈ ਪੁੱਛ ਸਕੇ। ਕੈਨੇਡੀਅਨ ਸਰਕਾਰ ਨੇ ਭਾਰਤ ਅਤੇ ਮੋਰੋਕੋ ਦੇ ਨਾਲ ਸੰਬੰਧਿਤ ਯਾਤਰਾ ਨਿਯਮਾਂ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਨੇ। ਭਾਰਤ ਅਤੇ ਮੋਰੋਕੋ ਦੇ ਨਾਲ ਸੰਬੰਧਿਤ ਸਿੱਧੀਆਂ ਅਤੇ ਕਨੈਕਟਡ ਉਡਾਣਾਂ ਰਾਹੀਂ ਸਫ਼ਰ ਕਰਦੇ ਯਾਤਰੀਆਂ ਦੇ ਲਈ ਅੱਜ ਤੋਂ ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਨੇ। ਸੋ ਇਹਨਾਂ ਦੋਵਾਂ ਦੇਸ਼ਾਂ ਤੋਂ ਕਨੈਕਟਡ ਫਲਾਈਟਸ ਰਾਹੀਂ ਆਉਂਦੇ ਯਾਤਰੀਆਂ ਦੇ ਲਈ ਕੈਨੇਡਾ ਪਹੁੰਚਦੇ ਸਮੇਂ ਕਿਸੇ ਤੀਜੇ ਦੇਸ਼ ਤੋਂ ਕੋਵਿਡ-19 ਦੇ ਰਵਾਨਗੀ ਤੋਂ ਪਹਿਲਾਂ ਨੈਗੇਟਿਵ ਨਤੀਜੇ ਹਾਸਲ ਕਰਨ ਦੀ ਹੁਣ ਲੋੜ ਨਹੀਂ ਹੋਏਗੀ। ਹੁਣ ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਦੇ ਲਈ ਇੱਕੋ ਜਿਹੀਆਂ ਪ੍ਰੀ ਐਂਟਰੀ ਟੈਸਟ ਲੋੜਾਂ ਲਾਗੂ ਹੋਣਗੀਆਂ। ਇਸ ਤੋਂ ਇਲਾਵਾ ਭਾਰਤ ਤੋਂ ਫਲਾਈਟ ਲੈਂਦੇ ਹੋਏ ਸਿਰਫ ਹਵਾਈ ਅੱਡੇ ਤੋਂ RT-PCR ਟੈਸਟ ਤੇ ਨੈਗੇਟਿਵ ਨਤੀਜੇ ਹਾਸਲ ਕਰਨ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਦਾ ਹੁਣ ਮਤਲਬ ਹੈ ਕਿ RT-PCR ਟੈਸਟ ਭਾਰਤੀ ਮੈਡੀਕਲ ਐਸੋਸੀਏਸ਼ਨ ਤੋਂ ਮਨਜ਼ੂਰਸ਼ੁਦਾ ਕਿਸੇ ਵੀ ਲੈਬ ਤੋਂ ਕਰਵਾਇਆ ਜਾ ਸਕਦਾ ਹੈ ਅਤੇ ਯਾਤਰੀ ਨੈਗੇਟਿਵ ਨਤੀਜੇ ਹਾਸਲ ਕਰਕੇ ਯਾਤਰਾ ਕਰ ਸਕਣਗੇ। ਇਹ ਨਿਯਮ ਅੱਜ ਤੋਂ ਲਾਗੂ ਹੋ ਰਿਹਾ ਹੈ। ਅਮਰੀਕਾ ਕੈਨੇਡਾ ਦੇ ਬਾਰਡਰ ਤੋਂ ਕਾਬੂ ਕੀਤੇ 7 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਾਰਡਰ ਪੈਟਰੋਲ ਏਜੰਟਾਂ ਨੇ ਭਾਰਤੀ ਨਾਗਰਿਕਾਂ ਨੂੰ ਰਿਹਾ ਕਰਦਿਆਂ ਇਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਦੇ ਅੱਗੇ ਪੇਸ਼ ਹੋਣ ਦੀ ਹਦਾਇਤ ਦਿੱਤੀ ਹੈ ਤਾਂ ਕਿ ਦੇਸ਼ ਨਿਕਾਲੇ ਦੀ ਕਾਰਵਾਈ ਅੱਗੇ ਵਧਾਈ ਜਾ ਸਕੇ। ਇਹ 7 ਭਾਰਤੀ ਨਾਗਰਿਕ ਉਸ ਪਰਿਵਾਰ ਦੇ ਨਾਲ ਸੰਬੰਧਿਤ ਨੇ ਜੋ -35 ਡਿਗਰੀ ਦੀ ਠੰਡ ਦੇ ਵਿੱਚ ਬਾਰਡਰ ਪਾਰ ਕਰਨ ਤੋਂ ਪਹਿਲਾਂ ਕੈਨੇਡਾ ਵਾਲੇ ਪਾਸੇ ਦਮ ਤੋੜ ਗਏ ਸਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਡਿਪੋਰਟ ਕੀਤੇ ਜਾ ਰਹੇ ਭਾਰਤੀ ਨਾਗਰਿਕਾਂ ਦਾ ਜਾਨ ਗਵਾਉਣ ਵਾਲੇ ਪਰਿਵਾਰ ਦੇ ਨਾਲ ਕੋਈ ਰਿਸ਼ਤਾ ਹੈ ਜਾਂ ਨਹੀਂ। ਕੈਨੇਡਾ ਦੀ ਸਰਕਾਰ ਦੇ ਵੱਲੋਂ ਅਟਾਵਾ ਤੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਕੈਨੇਡਾ ਨੇ ਭਾਰਤ ਵਿਸ਼ੇਸ਼ ਕੋਵਿਡ-19 ਟੈਸਟਿੰਗ ਲੋੜਾਂ ਨੂੰ ਹਟਾ ਦਿੱਤਾ ਹੈ, ਜਿਸ ਦੇ ਨਾਲ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਯਾਤਰਾ ਆਸਾਨ ਹੋ ਜਾਏਗੀ। ਭਾਰਤ ਅਤੇ ਕੈਨੇਡਾ ਦੇ ਵਿਚਕਾਰ ਯਾਤਰਾ ਆਸਾਨ ਹੋ ਜਾਂਦੀ ਹੈ ਕਿਉਂਕਿ ਅਟਾਵਾ ਨੇ ਭਾਰਤ ਵਿਸ਼ੇਸ਼ ਕੋਵਿਡ-19 ਟੈਸਟਿੰਗ ਲੋੜਾਂ ਨੂੰ ਹਟਾ ਦਿੱਤਾ ਹੈ, ਜਿਸ ਦੇ ਨਾਲ ਯਾਤਰਾ ਨੂੰ ਅਸੁਵਿਧਾਜਨਕ ਬਣਾਇਆ ਜਾ ਸਕਦਾ ਹੈ। ਨੋਟ ਕੀਤਾ ਜਾਏ ਕਿ ਕੈਨੇਡੀਅਨ ਸਰਕਾਰ ਦੀ ਯਾਤਰਾ ਸਲਾਹਕਾਰਾਂ ਦੇ ਵਿੱਚ ਹੁਣ ਦਿੱਲੀ ਹਵਾਈ ਅੱਡੇ ਤੇ ਸਥਿਤ ਜੈਨੇਸਟਰਿੰਗ ਲੈਬੋਰੇਟਰੀ ਤੋਂ ਫਲਾਈਟਸ ਦੇ ਵਿੱਚ ਸਵਾਰ ਹੋਣ ਤੋਂ 18 ਘੰਟੇ ਪਹਿਲਾਂ ਇੱਕ ਨੈਗੇਟਿਵ RT-PCR ਟੈਸਟ ਲਾਜ਼ਮੀ ਦੀ ਲੋੜ ਨਹੀਂ ਹੈ। ਓਮਿਕਰੋਨ ਵੈਰੀਐਂਟ ਦੇ ਵਿਚਾਰ ਕਰਦੇ ਹੋਏ ਇੱਕ ਨਕਾਰਾਤਮਕ ਟੈਸਟ ਦੀ ਅਜੇ ਵੀ ਲੋੜ ਹੋਏਗੀ, ਪਰ ਇਹ ਜ਼ਰੂਰੀ ਨਹੀਂ ਹੈ ਕਿ ਇਹ ਹਵਾਈ ਅੱਡੇ ਤੇ ਸਥਿਤ ਪ੍ਰਯੋਗਸ਼ਾਲਾ ਤੇ ਹੀ ਹੋਏਗਾ। ਵੈਕਸੀਨ ਵਿਰੋਧੀ ਕੈਨੇਡੀਅਨ ਟਰੱਕਾਂ ਅਤੇ ਉਹਨਾਂ ਦੇ ਸਮਰਥਕਾਂ ਦਾ ਕਾਫਲਾ ਦੇਸ਼ ਦੀ ਰਾਜਧਾਨੀ ਓਟਾਵਾ ਵਿਖੇ ਪਹੁੰਚ ਚੁੱਕਾ ਹੈ। ਇਸ ਕਾਫਲੇ ਦੀ ਮੁੱਖ ਮੰਗ ਕੈਨੇਡਾ ਤੋਂ ਅਮਰੀਕਾ ਅਤੇ ਵਾਪਸ ਆਉਣ ਸਮੇਂ ਵੈਕਸੀਨੇਸ਼ਨ ਦੇ ਨਿਯਮਾਂ ਦੇ ਵਿੱਚ ਛੋਟ ਅਤੇ ਵੈਕਸੀਨ ਦੇ ਨਾਲ ਸੰਬੰਧਿਤ ਕੈਨੇਡਾ ਭਰ ਦੇ ਵਿੱਚ ਢਿੱਲਾਂ ਦਿੱਤੀਆਂ ਜਾਣੀਆਂ ਸ਼ਾਮਲ ਨੇ। ਇਸ ਕਾਫਲੇ ਦੇ ਵਿੱਚ ਸੱਜੇ ਪੱਖੀ ਵੱਖਵਾਦੀ ਅਤੇ ਜਸਟਿਨ ਟਰੂਡੋ ਵਿਰੋਧੀ ਧਿਰਾਂ ਦੀਆਂ ਵੀ ਮੌਜੂਦਗੀਆਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਖੁਫੀਆ ਏਜੰਸੀਆਂ ਨੇ ਇਸ ਮੌਕੇ ਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਰੋਕਣ ਦੇ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਹੋਣ ਦੀ ਗੱਲ ਦੁਹਰਾਈ ਹੈ। ਇਸ ਮੁਜ਼ਾਹਰੇ ਦਾ ਪ੍ਰਬੰਧ ਕਰਨ ਵਾਲੇ ਗਰੁੱਪ ਕੈਨੇਡਾ ਯੂਨਿਟੀ ਦਾ ਕਹਿਣਾ ਹੈ ਕਿ ਗਵਰਨਰ ਜਨਰਲ ਅਤੇ ਸੈਨੇਟ ਨੂੰ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ ਜੋ ਕਿ ਕੋਵਿਡ-19 ਸੰਬੰਧੀ ਪਾਬੰਦੀਆਂ ਅਤੇ ਵੈਕਸੀਨ ਪਾਸਪੋਰਟ ਨੂੰ ਰੱਦ ਕਰਨ ਤੇ ਵਿਚਾਰ ਕਰਨ। ਇੱਥੇ ਵੀ ਦੱਸਣਯੋਗ ਹੈ ਕਿ ਕੈਨੇਡਾ ਦੀ ਸਾਰਿਆਂ ਤੋਂ ਵੱਡੀ ਟਰੱਕ ਐਸੋਸੀਏਸ਼ਨ ਕੈਨੇਡੀਅਨ ਟਰੱਕ ਅਲਾਈਅੰਸ ਨੇ ਆਪਣੀ ਹਮਾਇਤ ਇਸ ਮੁਜ਼ਾਹਰੇ ਨੂੰ ਨਹੀਂ ਦਿੱਤੀ ਹੈ ਅਤੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਬਹੁਗਿਣਤੀ ਟਰੱਕ ਡਰਾਈਵਰ ਇਸ ਮੁਜ਼ਾਹਰੇ ਦਾ ਹਿੱਸਾ ਨਹੀਂ ਨੇ। ਪਿਛਲੇ ਦਿਨੀ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਨੇ ਬਾਰਡਰ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਦੇ ਲਈ ਕੋਰੋਨਾ ਵੈਕਸੀਨ ਸੰਬੰਧੀ ਸ਼ਰਤਾਂ ਵਾਲਾ ਮੈਂਡੇਟ ਲਾਗੂ ਕਰ ਦਿੱਤਾ ਸੀ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।